परम सत्कारयोग साध संगत जी सारे अपनी रसना ਨੂੰ ਪਵਿੱਤਰ ਕਰ ਲਈਏ ਤੇ ਆਖੀਏ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ। ਸਮੇਂ ਦੇ ਮਾਲਿਕ ਵਰਤਮਾਨ ਸਤਿਗੁਰੂ ਜੀ ਦਾ ਨਾਮ ਲਈਏ ਤੇ ਆਖੀਏ ਧੰਨ ਸ੍ਰੀ ਸਤਿਗੁਰੂ ਉਦੈ ਸਿੰਘ ਜੀ। ਸਾਧ ਸੰਗਤ ਜੀ, ਅੱਜ ਦੀ ਸਾਖੀ ਦਾ ਟਾਈਟਲ ਹੈ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ, हाथ दे राखै अपने को सास सास प्रतिपाले। गुरबाणी दसदी है कि सतगुरु अपनी सिख नूं किसी मुसीबत विच पैण तो पहला ही बचा लैंदा है। पटियाले रहण वाले एक बीबी प्रीतम कौर जी ने मुसीबत दे वक्त अकाल पुरख सतगुरु राम सिंह जी नूं याद किया। सतगुरु राम सिंह जी ने किस तरह गुप्त रूप विच उन्हां नूं मुसीबत विचों कढिया। बीबी जी दे लफ्ज़ां विच ही है। ਇਹ ਘਟਨਾ ਲਗਭਗ 1992-93 ਸੰਨ ਦੀ ਹੈ। ਉਸ ਵੇਲੇ ਅਸੀਂ ਪਟਿਆਲੇ ਮਿਲਟਰੀ ਕੁਆਰਟਰ ਵਿੱਚ ਰਹਿੰਦੇ ਸੀ। ਮੇਰੇ ਪਤੀ ਨੂੰ ਛੁੱਟੀ ਨਾ ਮਿਲਣ ਕਰਕੇ ਉਹਨਾਂ ਨੇ ਮੇਰੇ ਸਹੁਰੇ ਪਰਿਵਾਰ ਦੇ ਇੱਕ ਜ਼ਰੂਰੀ ਕੰਮ ਲਈ ਮੇਰੇ ਜੇਠ ਨਾਲ ਮੈਨੂੰ ਯੂਪੀ ਭੇਜ ਦਿੱਤਾ। ਸਹੁਰਿਆਂ ਦੇ ਉਸ ਕੰਮ ਤੋਂ ਬਾਅਦ ਮੇਰੇ ਜੇਠ ਨੇ ਅਗਲੇ 3-4 ਦਿਨ ਉੱਥੇ ਕਿਸੇ ਹੋਰ ਕੰਮ ਵਾਸਤੇ ਰੁਕਣਾ ਸੀ। मैं भी अपने पेके रुद्रपुर चली गई। अपने जेठ नाल वापस आउण दी उम्मीद विच मैं अपने पेकिਆਂ ਤੋਂ कुछ चौल गुड़ ते कुछ होर समान इकट्ठा कर लिया। रुद्रपुर तो नेड़े ही बिलासपुर एक दुकान वाले सरदार जी ਨੂੰ ਅਸੀਂ ਆਉਂਦੇ ਜਾਂਦੇ ਆਪਣਾ ਸੁਨੇਹਾ ਦੇ ਜਾਂਦੇ ਸੀ। मैं भी 3-4 दिन बाद ਉੱਥੇ ਗਈ कि हो सकता है मेरे जेठ ने पंजाब वापस जाਣ ਦੀ ਕੋਈ ਤਰੀਕ ਇਹਨਾਂ ਨੂੰ ਦੱਸੀ ਹੋਵੇ। करीब 10 ਵਜੇ ਦੁਪਹਿਰ ਦੇ ਮੈਂ ਉਸ ਦੁਕਾਨ 'ਤੇ ਪਹੁੰਚੀ। ਆਪਣੇ ਸਮਾਨ ਵਾਲਾ ਬੋਰਾ ਵੀ ਉੱਥੇ ਪਹੁੰਚਾ ਦਿੱਤਾ ਕਿ ਜਿਸ ਦਿਨ ਵਾਪਸ ਜਾਣਾ ਹੋਵੇਗਾ ਇੱਥੋਂ ਹੀ ਚੁੱਕ ਲਵਾਂਗੇ। ਦੁਕਾਨ ਵਾਲੇ ਸਰਦਾਰ ਜੀ ਨੇ ਮੈਨੂੰ ਦੱਸਿਆ ਕਿ ਇੱਕ ਦਿਨ ਪਹਿਲਾਂ ਮੇਰਾ ਜੇਠ ਉਹਨਾਂ ਨੂੰ ਸੁਨੇਹਾ ਦੇ ਗਿਆ ਹੈ ਕਿ ਉਹ ਅੱਜ ਸ਼ਾਮ ਦੀ ਗੱਡੀ ਰਾਮਪੁਰ ਤੋਂ ਫੜਨਗੇ ਅਤੇ ਉਹ ਸਟੇਸ਼ਨ 'ਤੇ ਮੇਰਾ ਇੰਤਜ਼ਾਰ ਕਰਨਗੇ। ਇਹ ਗੱਲ ਸੁਣ ਕੇ ਮੈਂ ਬਾਕੀ ਸਾਰੇ ਕੰਮ ਛੱਡ ਕੇ ਵਾਪਸ ਰੁਦਰਪੁਰ ਆਪਣੇ ਪੇਕੇ ਘਰ ਗਈ ਅਤੇ ਆਪਣੇ ਕੱਪੜਿਆਂ ਵਾਲਾ ਬੈਗ ਲੈ ਲਿਆ। ਫਟਾਫਟ ਰੋਟੀ ਤਿਆਰ ਕਰਵਾਈ ਅਤੇ ਨਾਲ ਲਿਜਾਣ ਵਾਸਤੇ ਬੰਨ੍ਹ ਲਈ ਅਤੇ ਉੱਥੋਂ ਵਾਪਸ ਬਿਲਾਸਪੁਰ ਲਈ ਤੁਰ ਪਈ। ਘਰੋਂ ਨਿਕਲਦਿਆਂ ਦੀਵੇ ਬੱਤੀ ਦਾ ਵਕਤ ਹੋ ਗਿਆ ਸੀ। ਬਿਲਾਸਪੁਰ ਪਹੁੰਚਦਿਆਂ ਬਿਲਕੁਲ ਹੀ ਹਨੇਰਾ ਹੋ ਗਿਆ ਸੀ। ਦਸੰਬਰ ਦਾ ਮਹੀਨਾ ਸੀ, ਠੰਡ ਵੀ ਬਹੁਤ ਸੀ। ਦੁਕਾਨ ਤੋਂ ਬੋਰਾ ਲਿਆ ਅਤੇ ਬਿਲਾਸਪੁਰ ਤੋਂ ਰਾਮਪੁਰ ਆਉਣ ਵਾਲੇ ਰਸਤੇ 'ਤੇ ਪੁਲ 'ਤੇ ਪਹੁੰਚ ਗਈ। ਹਨੇਰੀ ਰਾਤ, ਠੰਡ ਅਤੇ ਸਮਾਨ ਦਾ ਭਾਰ ਵੇਖ ਕੇ ਮੈਨੂੰ ਘਬਰਾਹਟ ਜਿਹੀ ਹੋ ਰਹੀ ਸੀ ਕਿ ਪਤਾ ਨਹੀਂ ਹੁਣ ਕੀ ਹੋਵੇਗਾ। ਜੇਠ ਜੀ ਦੇ ਭਰੋਸੇ ਇਹ ਭਾਰ ਵੀ ਚੁੱਕ ਲਿਆ ਹੈ, ਪਤਾ ਨਹੀਂ ਉਹ ਮਿਲਣਗੇ ਵੀ ਕਿ ਨਹੀਂ। ਮੈਂ ਘਰ ਤੋਂ ਤੁਰਨ ਤੋਂ ਲੈ ਕੇ ਹੀ ਸਤਿਗੁਰੂ ਰਾਮ ਸਿੰਘ ਜੀ ਅਤੇ ਸਤਿਗੁਰੂ ਜਗਜੀਤ ਸਿੰਘ ਜੀ ਦਾ ਨਾਮ ਲਈ ਜਾ ਰਹੀ ਸੀ ਕਿ ਹੇ ਸੱਚੇ ਪਾਤਸ਼ਾਹ ਜੀ, ਹੁਣ ਤੁਸੀਂ ਹੀ ਮੈਨੂੰ ਮੇਰੇ ਘਰ ਤੱਕ ਪਹੁੰਚਾਉਣਾ ਹੈ। ਮੈਨੂੰ ਨਹੀਂ ਸੀ ਪਤਾ ਕਿ ਮੇਰੀ ਕੂਕ ਉਸ ਨਾਰਾਇਣ ਤੱਕ ਪਹੁੰਚ ਗਈ ਸੀ। ਮੇਰੇ ਪੁਲ 'ਤੇ ਪਹੁੰਚਦਿਆਂ ਹੀ ਇੱਕ ਟਰੱਕ ਆ ਕੇ ਆਪਣੇ ਆਪ ਹੀ ਮੇਰੇ ਕੋਲ ਰੁਕ ਗਿਆ। ਉਸ ਦੇ ਅੰਦਰੋਂ ਇੱਕ ਸਿੱਖ ਦੀ ਆਵਾਜ਼ ਆਈ ਕਿ ਆਓ ਬੀਬੀ ਜੀ, ਤੁਸੀਂ ਵੀ ਟਰੱਕ 'ਤੇ ਬੈਠ ਜਾਓ, ਅਸੀਂ ਉੱਥੇ ਹੀ ਜਾਣਾ ਹੈ ਜਿੱਥੇ ਤੁਸੀਂ ਜਾਣਾ ਹੈ। ਸਿੱਖ ਦੇ ਨਾਲ ਇੱਕ ਬੀਬੀ ਵੀ ਬੈਠੀ ਹੋਈ ਸੀ। ਬੀਬੀ ਨੂੰ ਵੇਖ ਕੇ ਮੈਨੂੰ ਜ਼ਰਾ ਤਸੱਲੀ ਹੋ ਗਈ ਅਤੇ ਮੈਂ ਆਖਿਆ ਕਿ ਮੈਂ ਰਾਮਪੁਰ ਜਾਣਾ ਹੈ। ਸਿੱਖ ਨੇ ਦੱਸਿਆ ਕਿ ਅਸੀਂ ਵੀ ਉੱਥੇ ਹੀ ਜਾਣਾ ਹੈ। ਸਿੱਖ ਦੀ ਆਵਾਜ਼ ਵਿੱਚ ਇੱਕ ਅਜੀਬ ਜਿਹੀ ਖਿੱਚ ਸੀ। ਸਿੱਖ ਇੱਕੋ ਛਾਲ ਮਾਰ ਕੇ ਟਰੱਕ ਤੋਂ ਉਤਰਿਆ ਅਤੇ ਇੱਕੋ ਹੱਥ ਨਾਲ ਚੁੱਕ ਕੇ 50-60 ਕਿਲੋ ਦਾ ਬੋਰਾ ਟਰੱਕ ਦੇ ਪਿਛਲੇ ਪਾਸੇ ਰੱਖ ਦਿੱਤਾ ਅਤੇ ਹੱਸ ਕੇ ਬੋਲਿਆ ਕਿ ਵੇਖਿਆ ਜੀ ਬੀਬੀ ਜੀ, ਬੋਰਾ ਕਿਧਰੇ ਰਲ ਨਾ ਜਾਵੇ, ਸਾਡਾ ਬੋਰਾ ਵੀ ਇਹੋ ਜਿਹਾ ਹੀ ਹੈ। ਫਿਰ ਮੈਂ ਵੀ ਟਰੱਕ ਉੱਤੇ ਚੜ੍ਹ ਕੇ ਬੈਠ ਗਈ। ਉਸ ਟਰੱਕ ਉੱਤੇ ਡਰਾਈਵਰ, ਉਹ ਸਿੱਖ, ਇੱਕ ਬੀਬੀ ਅਤੇ ਮੈਂ, 4 ਜਣੇ ਸਾਂ। ਉਹ ਸਿੱਖ ਬਹੁਤ ਲੰਬਾ ਉੱਚਾ ਸੀ। ਠੰਡ ਦੇ ਦਿਨ ਸਨ। ਉਸ ਸਿੱਖ ਨੇ ਲੋਹੇ ਦੀ ਬੁੱਕਲ ਮਾਰੀ ਹੋਈ ਸੀ। ਮੱਥਾ ਤੇ ਮੂੰਹ ਲੋਹੇ ਨਾਲ ਢੱਕਿਆ ਹੋਇਆ ਸੀ। ਸਿਰਫ ਅੱਖਾਂ ਹੀ ਨਜ਼ਰ ਆ ਰਹੀਆਂ ਸਨ। ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਸੀ। ਬੀਬੀ ਦਾ ਕੱਦ ਬੜਾ ਛੋਟਾ ਸੀ ਅਤੇ ਉਸ ਨੇ ਵੀ ਸ਼ਾਲ ਨਾਲ ਮੂੰਹ ਢੱਕਿਆ ਹੋਇਆ ਸੀ। ਰਾਮਪੁਰ ਸਟੇਸ਼ਨ ਤੋਂ ਬਾਹਰ ਉਤਰ ਕੇ ਸਿੱਖ ਨੇ ਦੋਵੇਂ ਬੋਰੇ ਚੁੱਕ ਲਏ। ਅਜੇ ਵੀ ਮੈਨੂੰ ਉਮੀਦ ਸੀ ਕਿ ਸ਼ਾਇਦ ਮੇਰਾ ਜੇਠ ਸਟੇਸ਼ਨ 'ਤੇ ਮਿਲ ਪਵੇ।
ਮੇਰੇ ਵੱਲ ਵੇਖ ਕੇ ਉਸ ਸਿੱਖ ਨੇ ਕਿਹਾ ਕਿ ਬੀਬੀ ਜੀ, ਜਿਹੜੇ ਸਾਥ ਨੂੰ ਤੁਸੀਂ ਉਡੀਕਦੇ ਹੋ ਉਹ ਜਾ ਚੁੱਕਾ ਹੈ। ਮੈਂ ਮਨ ਵਿੱਚ ਬੜੀ ਹੈਰਾਨ ਹੋਈ ਕਿ ਇਹਨੂੰ ਕਿਵੇਂ ਪਤਾ ਕਿ ਮੈਂ ਕਿਸੇ ਸਾਥ ਨੂੰ ਲੱਭ ਰਹੀ ਹਾਂ। ਖੈਰ, ਉੱਥੇ ਵੀ ਮੈਂ ਇੰਨਾ ਗੌਰ ਨਹੀਂ ਕੀਤਾ। ਫਿਰ ਉਸ ਸਿੱਖ ਨੇ ਕਿਹਾ ਕਿ ਲਿਆਓ ਬੀਬੀ ਜੀ, ਮੈਂ ਆਪਣੇ ਨਾਲ ਤੁਹਾਡੀ ਟਿਕਟ ਵੀ ਲੈ ਆਵਾਂ। ਮੈਂ ਕੁਝ ਪੈਸੇ ਅਤੇ ਆਪਣੇ ਪਤੀ ਦਾ ਮਿਲਟਰੀ ਕਾਰਡ ਦੇ ਦਿੱਤਾ ਅਤੇ ਦੱਸਿਆ ਕਿ ਇਸ ਕਾਰਡ ਨਾਲ ਟਿਕਟ ਵਿੱਚ ਪੈਸਿਆਂ ਦੀ ਛੋਟ ਮਿਲ ਜਾਏਗੀ। ਜਿੱਥੇ ਅਸੀਂ ਖਲੋਤੇ ਸੀ ਉੱਥੋਂ ਟਿਕਟ ਕਾਊਂਟਰ ਕਾਫੀ ਦੂਰ ਸੀ, ਪਰ ਝੱਟ ਹੀ ਉਸ ਇੱਕ ਟਿਕਟ ਲੈ ਕੇ ਆ ਵੀ ਗਿਆ ਤੇ ਬਚੇ ਪੈਸੇ ਅਤੇ ਕਾਰਡ ਵਾਪਸ ਕਰ ਦਿੱਤਾ। ਉਦੋਂ ਵੀ ਮੈਂ ਬੜੀ ਹੈਰਾਨ ਹੋਈ ਕਿ ਇੰਨੀ ਜਲਦੀ ਕੋਈ ਟਿਕਟ ਲੈ ਕੇ ਕਿਸ ਤਰ੍ਹਾਂ ਆ ਸਕਦਾ ਹੈ। ਕੁਝ ਦੇਰ ਬਾਅਦ ਅਸੀਂ ਸਾਰੇ ਹਾਵੜਾ ਟ੍ਰੇਨ 'ਤੇ ਚੜ੍ਹ ਗਏ। ਮੈਨੂੰ ਸੀਟ 'ਤੇ ਬਿਠਾ ਕੇ ਉਸ ਸਿੱਖ ਨੇ ਆਖਿਆ ਕਿ ਜਦੋਂ ਰਾਜਪੁਰਾ ਆਏਗਾ ਅਸੀਂ ਆਪੇ ਆ ਜਾਵਾਂਗੇ, ਤੁਸੀਂ ਫਿਕਰ ਨਾ ਕਰਿਆ ਜੀ। ਇਹ ਆ ਕੇ ਉਹ ਸਿੱਖ ਤੇ ਉਹ ਬੀਬੀ ਵਾਪਸ ਚਲੇ ਗਏ। ਮੈਂ ਸੋਚਿਆ ਕਿ ਸ਼ਾਇਦ ਪਿਛਲੇ ਡੱਬੇ ਵਿੱਚ ਗਏ ਹੋਣਗੇ, ਪਰ ਜਿਸ ਡੱਬੇ ਵਿੱਚ ਮੈਂ ਬੈਠੀ ਸੀ ਉੱਥੇ ਵੀ ਕਾਫੀ ਸੀਟਾਂ ਖਾਲੀ ਸਨ, ਪਰ ਉਹ ਦੋਵੇਂ ਉੱਥੇ ਕਿਉਂ ਨਹੀਂ ਬੈਠੇ। ਹੁਣ ਤੱਕ ਜਿੰਨੀ ਵਾਰੀ ਵੀ ਉਸ ਸਿੱਖ ਨੇ ਮੇਰੇ ਨਾਲ ਗੱਲ ਕੀਤੀ, ਮੈਂ ਉਹਦੀਆਂ ਅੱਖਾਂ ਵੱਲ ਦੇਖਿਆ ਤੇ ਮੇਰੀ ਆਤਮਾ ਨੂੰ ਇੱਕ ਅਜੀਬ ਜਿਹੀ ਖਿੱਚ ਹੋਈ। ਆਵਾਜ਼ ਵੀ ਬੜੀ ਮਨਮੋਹਕ ਤੇ ਅੱਖਾਂ ਵੀ ਕਮਲ ਦੀਆਂ ਪੰਖੜੀਆਂ ਵਰਗੀਆਂ। ਕੱਦ ਵੀ ਬਹੁਤ ਉੱਚਾ ਲੰਬਾ, ਦੋਹਾਂ ਬੋਰਿਆਂ ਨੂੰ ਤੇ ਇਸ ਤਰ੍ਹਾਂ ਚੁੱਕ ਲੈਂਦਾ ਸੀ ਕਿ ਜਿਵੇਂ ਗੇਂਦ ਹੋਵੇ। ਸ਼ੁਰੂ ਤੋਂ ਲੈ ਕੇ ਪੂਰੇ ਸਫ਼ਰ ਵਿੱਚ ਉਹ ਬੀਬੀ ਚੁੱਪ ਹੀ ਰਹੀ। ਉਹਦੀ ਆਵਾਜ਼ ਮੈਂ ਨਹੀਂ ਸੁਣੀ। ਅੱਖਾਂ ਉਹਦੀਆਂ ਵੀ ਬੜੀਆਂ ਸੋਹਣੀਆਂ ਸੀ। ਸਵੇਰੇ 4:30 ਵਜੇ ਜਦੋਂ ਰਾਜਪੁਰਾ ਆਇਆ ਤਾਂ ਉਹ ਦੋਵੇਂ ਜਣੇ ਪਤਾ ਨਹੀਂ ਕਿਹੜੇ ਪਾਸਿਓਂ ਆ ਕੇ ਮੇਰੇ ਕੋਲ ਖਲੋ ਗਏ ਅਤੇ ਆਖਣ ਲੱਗੇ ਕਿ ਬੀਬੀ ਜੀ, ਰਾਜਪੁਰਾ ਆ ਗਿਆ ਹੈ। ਉਹਨਾਂ ਨੇ ਮੇਰਾ ਬੋਰਾ ਚੁੱਕ ਲਿਆ ਅਤੇ ਗੱਡੀ ਤੋਂ ਉਤਰ ਕੇ ਸਟੇਸ਼ਨ ਤੋਂ ਬਾਹਰ ਆ ਗਏ। ਸਵੇਰੇ 4:30 ਵਜੇ ਦਾ ਵਕਤ ਸੀ। ਹਨੇਰਾ ਕਾਫੀ ਸੀ। ਬੱਸਾਂ ਚੱਲਣ ਵਿੱਚ ਅਜੇ ਕੁਝ ਸਮਾਂ ਸੀ। ਇੰਨੇ ਨੂੰ ਕੁਝ ਮਿੰਟਾਂ ਵਿੱਚ ਇੱਕ ਪ੍ਰੈਸ ਦੀ ਗੱਡੀ ਆ ਗਈ। ਉਸ ਗੱਡੀ ਦਾ ਡਰਾਈਵਰ ਪਟਿਆਲਾ ਆਵਾਜ਼ਾਂ ਮਾਰਨ ਲੱਗ ਪਿਆ। ਪ੍ਰੈਸ ਦੀ ਗੱਡੀ 'ਤੇ ਵੀ ਇੱਕ ਬੀਬੀ ਬੈਠੀ ਸੀ ਤੇ ਹੋਰ 3-4 ਆਦਮੀ ਸਨ। ਉਸ ਸਿੱਖ ਨੇ ਕਿਹਾ ਕਿ ਬੀਬੀ ਜੀ, ਤੁਸੀਂ ਇਸ ਗੱਡੀ 'ਤੇ ਬੈਠ ਜਾਓ, ਤੁਹਾਨੂੰ ਪਟਿਆਲੇ ਪਹੁੰਚਾ ਦੇਵੇਗੀ। ਮੈਂ ਵੀ ਗੱਡੀ 'ਤੇ ਚੜ੍ਹ ਗਈ ਤੇ ਸੀਟ 'ਤੇ ਬੈਠ ਗਈ। ਉਸ ਸਿੱਖ ਤੇ ਬੀਬੀ ਗੱਡੀ ਤੋਂ ਬਾਹਰ ਹੀ ਮੇਰੀ ਸੀਟ ਦੇ ਨਾਲ ਬਾਰੀ ਕੋਲ ਹੀ ਖਲੋਤੇ ਸੀ। ਉਸ ਸਿੱਖ ਨੇ ਮੈਨੂੰ ਪੁੱਛਿਆ ਕਿ ਬੀਬੀ ਜੀ, ਹੁਣ ਤੁਸੀਂ ਸੁਰੱਖਿਅਤ ਹੋ? ਮੈਂ ਜਵਾਬ ਦਿੱਤਾ ਕਿ ਹਾਂ, ਮੈਂ ਸੁਰੱਖਿਅਤ ਹਾਂ। ਮੈਂ ਆਪਣਾ ਸ਼ਾਲ ਠੀਕ ਕੀਤਾ ਤੇ ਧੰਨਵਾਦ ਕਰਨ ਲਈ ਹੱਥ ਜੋੜ ਕੇ ਬਾਹਰ ਵੇਖਿਆ, ਪਰ ਉੱਥੇ ਕੋਈ ਵੀ ਨਹੀਂ ਸੀ। ਮੈਂ ਹੈਰਾਨ ਰਹਿ ਗਈ ਕਿ 1 ਮਿੰਟ ਵਿੱਚ ਹੀ ਉਹ ਕਿੱਥੇ ਚਲੇ ਗਏ। ਮੈਂ ਬਾਰੀ ਤੋਂ ਬਾਹਰ ਸਾਰੇ ਪਾਸੇ ਵੇਖਿਆ, ਪਰ ਸਾਰੀ ਸੜਕ ਸੁੰਨਸਾਨ ਸੀ। ਸਾਰੀਆਂ ਦੁਕਾਨਾਂ ਬੰਦ ਸਨ। ਕੋਈ ਬੰਦਾ ਨਜ਼ਰ ਹੀ ਨਹੀਂ ਸੀ ਆ ਰਿਹਾ। ਇੰਨੀ ਜਲਦੀ ਤੇ ਕੋਈ ਬਹੁਤ ਦੂਰ ਤੇ ਜਾ ਹੀ ਨਹੀਂ ਸਕਦਾ। ਫਿਰ ਉਹ ਦੋਵੇਂ ਜਣੇ ਕਿੱਥੇ ਗਏ। ਇੰਨੀ ਦੇਰ ਨੂੰ ਬੱਸ ਵੀ ਚੱਲ ਪਈ। ਫਿਰ ਮੈਨੂੰ ਸਮਝ ਆਈ ਕਿ ਇਹ ਤੇ ਸਤਿਗੁਰੂ ਰਾਮ ਸਿੰਘ ਜੀ ਆਪ ਹੀ ਸਨ, ਜਿਹੜੇ ਮੈਨੂੰ ਪਟਿਆਲੇ ਵਾਲੀ ਬੱਸ 'ਤੇ ਬਿਠਾ ਕੇ ਅਤੇ ਪੁੱਛ ਕੇ ਕਿ ਮੈਂ ਹੁਣ ਸੁਰੱਖਿਅਤ ਮਹਿਸੂਸ ਕਰ ਰਹੀ ਹਾਂ, ਆਪ ਅਲੋਪ ਹੋ ਗਏ ਹਨ। ਮੇਰੀਆਂ ਅੱਖਾਂ ਵਿੱਚੋਂ ਪਾਣੀ ਵਗਣ ਲੱਗ ਪਿਆ ਕਿ ਆਪ ਨਾਰਾਇਣ ਮੇਰਾ ਬੋਰਾ ਚੁੱਕਣ ਆ ਗਿਆ। ਅਸੀਂ ਕਿੱਥੇ ਉਹਨੂੰ ਬੁਲਾ ਲੈਂਦੇ ਹਾਂ। ਨਾਮਦੇਵ ਨੇ ਤੇ ਸਵਾਮੀ ਦੇ ਮਿੱਠੇ ਬੋਲ ਪਛਾਣ ਲਏ ਸਨ, ਪਰ ਮੈਂ ਮੂਰਖ ਨਾ ਪਛਾਣ ਸਕੀ। ਮੇਰੇ ਕਰਮ ਇੰਨੇ ਨਹੀਂ ਸਨ ਕਿ ਉਹਨਾਂ ਨੂੰ ਪਛਾਣ ਲੈਂਦੀ। ਕਈ ਵਾਰ ਉਹਨੂੰ ਵੇਖ ਕੇ ਮਨ ਵਿੱਚ ਹੈਰਾਨੀ ਹੋਈ ਸੀ। ਉਹਦੀ ਮਿੱਠੀ ਆਵਾਜ਼ ਜਿਹੜੀ ਸਿੱਧੀ ਅੰਦਰ ਆਤਮਾ ਤੱਕ ਜਾਂਦੀ ਸੀ, ਅੱਖਾਂ ਵੀ ਅਜੀਬ ਚਮਕ ਵਾਲੀਆਂ ਸਨ। ਉਹਨੇ ਆਪਣੇ ਆਪ ਕਈ ਗੱਲਾਂ ਬੁੱਝੀਆਂ ਕਿ ਜਿੱਥੇ ਤੁਸੀਂ ਜਾਣਾ ਹੈ ਅਸੀਂ ਵੀ ਉੱਥੇ ਜਾਣਾ ਹੈ। ਫਿਰ ਜਿਹੜੇ ਸਾਥ ਨੂੰ ਤੁਸੀਂ ਉਡੀਕਦੇ ਹੋ ਉਹ ਲੰਘ ਗਿਆ ਹੈ। ਇੰਨੀ ਦੂਰ ਜਾ ਕੇ ਇੰਨੀ ਛੇਤੀ ਟਿਕਟ ਲੈ ਆਉਣੀ, ਇੰਨੀ ਦੂਰ ਤੇ ਤੇਜ਼ ਤੋਂ ਤੇਜ਼ ਟੁਰਨ ਵਾਲਾ ਬੰਦਾ ਵੀ ਇੰਨੀ ਛੇਤੀ ਨਹੀਂ ਪਹੁੰਚ ਸਕਦਾ। ਫਿਰ ਤੀਲੇ ਦੀ ਤਰ੍ਹਾਂ 50-50 ਕਿਲੋ ਦੇ 2 ਬੋਰੇ ਹੱਥ ਨਾਲ ਚੁੱਕ ਲੈਣੇ। ਫਿਰ ਮੈਨੂੰ ਇਹਨਾਂ ਸਾਰੀਆਂ ਗੱਲਾਂ ਦਾ ਭੇਦ ਪਤਾ ਲੱਗਾ। ਆਪਣੇ ਘਰ ਪਹੁੰਚਣ ਤੋਂ ਅੱਧੇ ਕੁ ਘੰਟੇ ਬਾਅਦ ਮੇਰਾ ਜੇਠ ਵੀ ਪਹੁੰਚ ਗਿਆ। ਉਸ ਨੇ ਦੱਸਿਆ ਕਿ ਉਹ ਦੁਪਹਿਰ 3:30 ਵਜੇ ਵਾਲੀ ਸਮਾਲਖਾ ਟ੍ਰੇਨ 'ਤੇ ਹੀ ਚੜ੍ਹ ਗਏ ਸੀ। ਉਸ ਸਿੱਖ ਰੂਪੀ ਸਤਿਗੁਰੂ ਜੀ ਨੇ ਤੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਜਿਹੜੇ ਸਾਥ ਨੂੰ ਤੁਸੀਂ ਉਡੀਕਦੇ ਹੋ ਉਹ ਤੇ ਲੰਘ ਗਿਆ ਹੈ।
ਮੈਂ ਮਨ ਹੀ ਮਨ ਵਿੱਚ ਖੁਸ਼ ਹੋਈ ਜਾ ਰਹੀ ਸੀ ਕਿ ਮੇਰਾ ਸਤਿਗੁਰੂ ਆਪ ਮੈਨੂੰ ਘਰ ਤੱਕ ਛੱਡ ਕੇ ਗਿਆ ਹੈ। ਮੈਂ ਇਹ ਹੀ ਕਹੀ ਜਾ ਰਹੀ ਸੀ ਕਿ ਧੰਨ ਧੰਨ ਹਨ ਦੀਨ ਦੁਨੀਆ ਦੇ ਮਾਲਿਕ ਸਤਿਗੁਰੂ ਰਾਮ ਸਿੰਘ ਜੀ ਅਤੇ ਪਹਿਰੇ ਦੇ ਮਾਲਿਕ ਸਤਿਗੁਰੂ ਰਾਮ ਸਿੰਘ ਜੀ ਦਾ ਹੀ ਰੂਪ ਸਤਿਗੁਰੂ ਜਗਜੀਤ ਸਿੰਘ ਜੀ, ਜਿਹੜਾ ਕਦੀ ਆਪ ਤੇ ਕਦੀ ਚੀਨੀ ਵਾਲਾ ਬਣ ਕੇ ਸਾਡੇ ਕੰਮ ਸੁਆਰਦਾ ਹੈ। ਸਾਰੀ ਦੁਨੀਆ ਨੂੰ ਛੱਲਣ ਵਾਲਾ ਭਗਵਾਨ ਬੀਬੀ ਜੀ ਨੂੰ ਵੀ ਛਲ ਗਿਆ। ਗੁਰੂ ਗੋਬਿੰਦ ਸਿੰਘ ਜੀ ਦਸਮ ਗ੍ਰੰਥ ਵਿੱਚ ਲਿਖਦੇ ਹਨ, ਸਭ ਹੀ ਛਲਤ ਨ ਆਪ ਛਲਾਇਆ, ਤਾਤੇ ਛਲਿਆ ਨਾਮ ਕਹਾਇਆ। ਮੈਂ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਵੀ ਇੱਕ ਬਚਨ ਸੁਣਿਆ ਸੀ ਕਿ ਜੇ ਕਿਸੇ ਨੂੰ ਸਤਿਗੁਰੂ ਰਾਮ ਸਿੰਘ ਜੀ ਦਾ ਸੁਪਨੇ ਵਿੱਚ ਵੀ ਦਰਸ਼ਨ ਹੋ ਜਾਵੇ ਤਾਂ ਸਾਰੀ ਉਮਰ ਉਸ ਦੀ ਮਸਤੀ ਨਹੀਂ ਉਤਰਦੀ। ਬੀਬੀ ਪ੍ਰੀਤਮ ਕੌਰ ਜੀ ਵੱਡੇ ਭਾਗਾਂ ਵਾਲੇ ਹਨ। ਸਤਿਗੁਰੂ ਰਾਮ ਸਿੰਘ ਜੀ ਆਪ ਆ ਕੇ ਉਹਨਾਂ ਦੀ ਰੱਖਿਆ ਕਰਦੇ ਰਹੇ। ਇੱਕ ਕਵੀ ਲਿਖਦਾ ਹੈ, ਰਾਮ ਕਹੇ ਚਿਤ ਥਿਤ ਹੋਏ, ਸਿੰਘ ਕਹੇ ਪੈ ਹਾਨ, ਤਾਤੇ ਮਿਤ ਨਿਤ ਮੰਤ ਜਪ, ਸਤਿਗੁਰੂ ਰਾਮ ਸਿੰਘ ਭਗਵਾਨ। ਐਸੇ ਭਗਤ ਵਛਲ ਦਇਆ ਦੇ ਸਾਗਰ, ਦੀਨ ਦੁਖੀਆਂ ਦੇ ਸਹਾਰੇ ਭਗਵਾਨ ਸਤਿਗੁਰੂ ਰਾਮ ਸਿੰਘ ਜੀ ਅਤੇ ਉਹਨਾਂ ਦੇ ਹੀ ਸਰੂਪ ਸਤਿਗੁਰੂ ਜਗਜੀਤ ਸਿੰਘ ਜੀ ਨੂੰ ਸਾਡੀ ਕੋਟੀ ਕੋਟੀ ਨਮਸਕਾਰ ਹੈ।